सूबेदार शिव सिंह ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ ਦਾ ਦੂਜਾ ਅਧਿਆਇ ਭਾਗ 3। ਪੰਜਾਬੀ ਕਿਸਾਨੀ ਨੇ ਸਖਤ ਮਿਹਨਤ ਕਰਕੇ ਹਰਾ ਇਨਕਲਾਬ ਲਿਆਂਦਾ ਸੀ। ਹਰਾ ਇਨਕਲਾਬ ਸ਼ਬਦ ਉਰਦੂ ਭਾਸ਼ਾ ਦਾ ਹੈ, ਜਿਸ ਦਾ ਅਰਥ ਹਰਿਆਵਲ ਹੈ। ਹਰਾ ਰੰਗ ਤੇ ਇਨਕਲਾਬ ਦਾ ਅਰਥ ਹੈ ਬਦਲਾਵ, ਭਾਵ ਤਬਦੀਲੀ। ਖੇਤੀ ਸੱਭਿਆਚਾਰ ਵਿੱਚ ਇਸ ਦਾ ਮਤਲਬ ਬਣ ਜਾਂਦਾ ਹੈ ਜਿਵੇਂ ਹਰਾ ਸ਼ਬਦ ਤੋਂ ਖੇਤਾਂ ਵਿੱਚ ਹਰੇ ਰੰਗ ਦੀਆਂ ਫਸਲਾਂ ਤੇ ਇਨਕਲਾਬ ਦਾ ਮਤਲਬ ਖੇਤਾਂ ਵਿੱਚ ਭਰਪੂਰ ਯਾਨੀ ਭਰਵੀਆਂ ਫਸਲਾਂ ਲੈਣੀਆਂ। ਇਹ ਉਹੀ ਪੰਜਾਬੀ ਸੂਬਾ ਹੈ ਜਿੱਥੇ ਆਜ਼ਾਦੀ ਤੋਂ ਪਹਿਲੋਂ ਘਰੇਲੂ ਲੋੜਾਂ ਪੂਰੀਆਂ ਕਰਨ ਜੋਗੇ ਵੀ ਖਾਣ ਵਾਲੇ ਦਾਣੇ ਪੈਦਾ ਨਹੀਂ ਕੀਤੇ ਜਾਂਦੇ ਸਨ। ਇਹ ਉਹੋ ਹੀ ਜ਼ਮੀਨ ਹੈ, ਉਹੀ ਪਾਣੀ ਹੁਣ ਵੀ ਤੇ ਪਹਿਲੋਂ ਵੀ ਧਰਤੀ ਹੇਠਾਂ ਤੇ ਦਰਿਆਵਾਂ ਨਦੀਆਂ ਵਿੱਚ ਵਗ ਰਿਹਾ ਹੈ। ਪਰ ਇੱਥੇ ਆਜ਼ਾਦੀ ਤੋਂ ਪਹਿਲੋਂ ਕਾਲ ਪਿਆ ਹੀ ਰਹਿੰਦਾ ਸੀ। ਲੋਕ ਖਾਣ ਵਾਲੇ ਅਨਾਜ ਨੂੰ ਤਰਸਦੇ, ਭੁੱਖਮਰੀ ਨਾਲ ਤੜਫਦੇ ਤੇ ਮਰਦੇ ਰਹਿੰਦੇ ਸਨ। ਉਸ ਵੇਲੇ ਇੱਥੇ ਅੰਗਰੇਜ਼ ਸਰਕਾਰ ਸੀ। ਫਸਲ ਪਾਲਣ ਵਾਲੇ ਖੂਹ ਥੋੜ੍ਹੇ ਤੇ ਪਿੰਡਾਂ ਦੇ ਨੇੜੇ ਨੇੜੇ, ਬਾਕੀ ਦੂਰ ਤੱਕ ਜ਼ਮੀਨ ਬੰਜਰ ਹੀ ਹੁੰਦੀ ਸੀ। ਜਿੱਥੇ ਬੂਝਿਆਂ ਦੇ ਝੱਲ, ਕੰਡਿਆਲੇ ਰੁੱਖ ਬੇਰੀਆਂ, ਮਲੇ ਫਲਾਈਆਂ ਕਿੱਕਰਾਂ, ਕੰਡਿਆਲੇ ਥੋਰ, ਦੱਬ ਕਾਹੀ ਪਖੜਾ, ਚੂੜੀ ਸਲੋਜ ਪੁੱਠ ਕੰਡਾ, ਪੋਲੀ ਭੁੱਕੀ ਅਤੇ ਇੱਟ-ਸਿੱਟ ਵਰਗੀਆਂ ਜੰਗਲੀ ਬੂਟੀਆਂ ਦੀ ਬਹੁਤਾਤ ਸੀ। ਦੂਰ ਕਿਤੇ ਕਿਤੇ ਬੰਜਰ ਖੇਤ ਜ਼ਰੂਰ ਹੁੰਦੇ ਸਨ, ਜਿਨ੍ਹਾਂ ਵਿੱਚ ਮੋਠ ਬਾਜਰਾ ਬੇੜਾ ਵਿਰਲਾ ਵਿਰਲਾ ਦਿਸਦਾ ਹੁੰਦਾ ਸੀ। ਹਰਾ ਇਨਕਲਾਬ ਕਿਵੇਂ ਆਇਆ? ਇੱਥੇ ਨਾ ਕੋਈ ਮਸ਼ੀਨਰੀ, ਨਾ ਬਿਜਲੀ ਦੇ ਕਨੈਕਸ਼ਨ, ਨਾ ਖੇਤੀ ਦੀ ਪੜ੍ਹਾਈ, ਨਾ ਕੋਈ ਖੇਤੀ ਮਾਹਰ। ਬਸ ਉਹੀ ਪੁਰਾਣਾ ਸਮੇਂ ਤੋਂ ਚੱਲਿਆ ਆ ਰਿਹਾ ਖੇਤੀ ਫਸਲੀ ਬੀਜ, ਜਿਤਨੇ ਦਾਣੇ ਬੀਜਣੇ ਉਸ ਤੋਂ ਥੋੜ੍ਹੇ ਹੀ ਜ਼ਿਆਦਾ ਦਾਣੇ ਵਾਪਸ ਮਿਲਦੇ ਹੁੰਦੇ ਸਨ। ਲਿਖਣ ਦਾ ਭਾਵ ਭਾਰਤ ਨੂੰ ਮਿਲੀ ਆਜ਼ਾਦੀ ਨੇ ਹਰਾ ਇਨਕਲਾਬ ਕਿਵੇਂ ਲਿਆਂਦਾ ਸੀ। ਹਰ ਸਾਲ ਲੋਕਾਂ ਦੇ ਖਾਣ ਵਾਸਤੇ ਅਨਾਜ ਤਾਂ ਬਾਹਰਲੇ ਦੇਸ਼ਾਂ ਤੋਂ, ਜਿਵੇਂ ਅਮਰੀਕਾ ਤੇ ਦੂਸਰੇ ਆਜ਼ਾਦ ਦੇਸ਼ਾਂ ਤੋਂ ਹੀ ਤੇ ਬਹੁਤ ਮਹਿੰਗਾ ਮੰਗਵਾਉਣਾ ਪੈਂਦਾ ਸੀ। ਹਰੇ ਇਨਕਲਾਬ ਦੇ ਆਉਣ ਦੇ ਵੀ ਕਈ ਕਾਰਨ ਸਨ। ਪਹਿਲਾ ਕਾਰਨ ਮੁਰੱਬਾਬੰਦੀ। ਹਰਾ ਇਨਕਲਾਬ, ਜਿਸ ਦਾ ਭਾਵ ਪੰਜਾਬ ਦੇ ਖੇਤਾਂ ਵਿੱਚੋਂ ਹਰੇ ਰੰਗ ਦੀਆਂ ਫਸਲਾਂ ਨੂੰ ਭਰਪੂਰ ਰੂਪ ਵਿੱਚ ਉਗਾਉਣਾ ਤੇ ਪਾਲ ਕੇ ਜ਼ਿਆਦਾ ਫਸਲੀ ਲਾਭ ਲੈਣਾ ਹੈ, ਤੇ ਆਉਣ ਲਿਆਉਣ ਦੇ ਕਾਰਨਾਂ ਬਾਰੇ ਸੰਖੇਪ ਰੂਪ ਵਿੱਚ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ। ਪੰਜਾਬ ਵਿੱਚ ਮੁਰੱਬਾਬੰਦੀ 1962-63 ਤੇ 1964 ਈਸਵੀ ਵੇਲੇ ਹੋਈ ਸੀ, ਪਰ ਇਸ ਦੇ ਆਧਾਰ ਦੀਆਂ ਤਾਰਾਂ 1951-52 ਈਸਵੀ ਵੇਲੇ ਕਰਵਾਏ ਜ਼ਮੀਨੀ ਸੁਧਾਰਾਂ ਦੇ ਸਰਵੇ ਨਾਲ ਆ ਮਿਲਦੀਆਂ ਹਨ। 1962-63 ਈਸਵੀ ਵੇਲੇ ਹੋਈ ਮੁਰੱਬੇਬੰਦੀ ਤੋਂ ਪਹਿਲਾਂ ਕਿਸਾਨਾਂ ਦੇ ਖੇਤਾਂ ਨਹੀਂ ਸਗੋਂ ਖੱਤੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਉਹ ਵੀ ਛੋਟੇ ਛੋਟੇ ਖੇਤਰਫਲ ਵਿੱਚ ਇੱਕ ਦੂਸਰੀ ਤੋਂ ਵੀ ਦੂਰ ਤੇ ਟੇਢੀ ਮੇਢੀ ਸ਼ਕਲ ਵਾਲੇ ਟੱਕ ਹੁੰਦੇ ਸਨ। ਉਹਨਾਂ ਦੀਆਂ ਭੁਜਾਵਾਂ ਦੇ ਰੁੱਖ ਦਾ ਪੂਰਬ, ਪੱਛਮ, ਉੱਤਰ ਤੇ ਦੱਖਣ ਵਾਲੀਆਂ ਦਿਸ਼ਾਵਾਂ ਨਾਲ ਵੀ ਕੋਈ ਸੰਬੰਧ ਨਹੀਂ ਸੀ ਹੁੰਦਾ। ਕਿਸਾਨ ਉਹਨਾਂ ਛੋਟੀਆਂ ਛੋਟੀਆਂ ਖੱਤੀਆਂ ਵਿੱਚ ਫਸਲ ਤਾਂ ਜ਼ਰੂਰ ਬੀਜ ਲੈਂਦੇ ਸਨ, ਪਰ ਨਾ ਪੂਰਾ ਲਾਭ ਲਿਆ ਜਾ ਸਕਦਾ ਸੀ। ਇਹ ਉਹਨਾਂ ਦੀ ਮਜਬੂਰੀ ਹੀ ਸੀ। ਐਸੇ ਸਾਰੇ ਦੁੱਖਾਂ ਤੋਂ ਛੁਟਕਾਰਾ ਮੁਰੱਬੇਬੰਦੀ ਨੇ ਹੀ ਕਰਵਾਇਆ ਸੀ। ਮੁਰੱਬੇਬੰਦੀ ਨੇ ਉਹਨਾਂ ਦੀਆਂ ਸਾਰੀਆਂ ਛੋਟੀਆਂ ਛੋਟੀਆਂ ਖੱਤੀਆਂ ਦੇ ਖੇਤਰਫਲ ਨੂੰ ਜੋੜ ਕੇ ਉਹਨਾਂ ਦੇ ਮੁੱਖ ਟਿਕਾਣੇ ਵਾਲੀ ਥਾਂ ਇਕੱਠਾ ਕਰਕੇ ਵੱਡੇ ਵੱਡੇ ਖੇਤਾਂ ਵਾਲਾ ਟੁਕੜਾ ਬਣਾ ਦਿੱਤਾ ਸੀ, ਜਿਸ ਦੇ ਕਿਲਾਬੰਦੀ ਮੁਤਾਬਕ ਆਧਾਰ ਉੱਤਰ ਤੋਂ ਦੱਖਣ ਵਾਲੀ ਭੁਜਾ ਦੀ ਲੰਬਾਈ 36 ਕਰਮ ਤੇ ਪੂਰਬ ਤੋਂ ਪੱਛਮ ਵਾਲੀ ਭੁਜਾ ਦੀ ਲੰਬਾਈ 40 ਕਰਮ ਸਭ ਕਿੱਲਿਆਂ ਦੀ ਇੱਕ ਬਰਾਬਰ ਰੱਖੀ ਜਾਂਦੀ ਸੀ। ਐਸਾ ਕਰਨ ਨਾਲ ਜਿੱਥੇ ਨਵੇਂ ਬਣਨ ਵਾਲੇ ਖੇਤਾਂ ਤੋਂ ਨਵੇਂ ਤੇ ਸਿੱਧੇ ਬਣੇ ਕਿੱਲਿਆਂ ਮੁਤਾਬਕ ਖੇਤਾਂ ਦੀ ਸੁੰਦਰਤਾ ਧਰਤੀ ਉੱਤੇ ਵਧੀ ਸੀ, ਉੱਥੇ ਪਟਵਾਰੀਆਂ ਦੇ ਸੱਜਰੇ ਨਕਸ਼ਿਆਂ ਉੱਤੇ ਵੀ ਸੁੰਦਰੀਕਰਨ ਆ ਗਿਆ ਸੀ। ਨਾਲ ਹੀ ਕਿਸਾਨਾਂ ਦੇ ਹਰ ਟੱਕ ਨੂੰ 2 ਕਰਮ ਚੌੜਾ ਰਾਹ ਵੀ ਲੱਗ ਗਿਆ ਸੀ ਤੇ ਪਿੰਡ ਤੋਂ ਦੂਸਰੇ ਪਿੰਡ ਨੂੰ 4 ਕਰਮ ਚੌੜਾ ਤੇ ਸੰਭਾਵੀ ਬਣਨ ਵਾਲੀ ਸੜਕ ਰਾਹ ਦੀ ਚੌੜਾਈ ਹੋਰ ਜ਼ਿਆਦਾ ਰੱਖੀ ਗਈ ਸੀ। ਹਰ ਪਿੰਡ ਦੇ 4 ਚੁਫੇਰੇ ਫਿਰਨੀ ਦੀ ਚੌੜਾਈ 4 ਕਰਮ, ਸਾਂਝੇ ਥਾਂ ਜਿਵੇਂ ਮਸਜਿਦ, ਮੰਦਰ, ਗੁਰਦੁਆਰੇ, ਸਿਵਿਆਂ, ਕਬਰਾਂ, ਛੱਪੜਾਂ ਵਾਸਤੇ ਵੀ ਢੁਕਵੇਂ ਥਾਵਾਂ ਤੇ ਜਗ੍ਹਾ ਜ਼ਰੂਰੀ ਰੱਖੀ ਗਈ ਸੀ। ਹਰ ਕਿਸਾਨ ਦੇ ਟੱਕ ਦੇ ਸਾਰੇ ਖੂੰਜਿਆਂ ਤੇ ਬੁਰਜੀ, ਹਰ 5 ਕਿੱਲੇ ਦੀ ਦੂਰੀ ਤੇ ਬੁਰਜੀ, ਹਰ 25 ਕਿੱਲੇ ਦੀ ਦੂਰੀ ਤੇ ਲਾਲ ਪੱਥਰ ਦੀ ਬੁਰਜੀ ਤੇ ਹਰ 125 ਕਿੱਲੇ ਦੀ ਦੂਰੀ ਉੱਤੇ ਵੱਡੇ ਲਾਲ ਪੱਥਰ ਦਾ ਬੁਰਜਾ, ਜੋ ਦੂਰ ਤੋਂ ਦਿਸਦਾ ਹੁੰਦਾ ਸੀ, ਗੱਡਿਆ ਜਾਂਦਾ ਸੀ। ਇਹ ਬੰਦੋਬਸਤ ਸਰਵੇ ਮਹਿਕਮੇ ਨੇ ਮੁਰੱਬੇਬੰਦੀ ਤੋਂ ਪਹਿਲਾਂ ਹੀ ਕਰਾ ਦਿੱਤਾ ਸੀ। ਦੂਸਰਾ ਕਾਰਨ ਖੇਤੀਬਾੜੀ ਯੂਨੀਵਰਸਿਟੀ ਦੀ ਪੰਜਾਬ ਯਾਨੀ ਲੁਧਿਆਣਾ ਵਿਖੇ ਸਥਾਪਤੀ। ਇਹ ਸਰਦਾਰ ਮਹਿੰਦਰ ਸਿੰਘ ਰੰਧਾਵਾ ਵੱਲੋਂ ਪਾਇਆ ਯੋਗਦਾਨ ਹੈ। ਹਰੇ ਇਨਕਲਾਬ ਨੂੰ ਪੰਜਾਬ ਵਿੱਚ ਲਿਆਉਣ ਵਿੱਚ ਖੇਤੀਬਾੜੀ ਯੂਨੀਵਰਸਿਟੀ ਪੰਜਾਬ, ਜੋ ਲੁਧਿਆਣਾ ਵਿਖੇ ਹੈ, ਦਾ ਬਹੁਤ ਹੀ ਵੱਡਾ ਯੋਗਦਾਨ ਹੈ। 1968 ਈਸਵੀ ਵਿੱਚ ਬਣੀ ਇਹ ਯੂਨੀਵਰਸਿਟੀ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਪਹਿਲੀ ਯੂਨੀਵਰਸਿਟੀ ਹੈ, ਜਿਸ ਨੂੰ ਸਥਾਪਿਤ ਸਰਦਾਰ ਮਹਿੰਦਰ ਸਿੰਘ ਰੰਧਾਵਾ ਨੇ 1968 ਈਸਵੀ ਵਿੱਚ ਵੱਡਾ ਉਪਰਾਲਾ ਕਰਕੇ ਕੀਤਾ। ਖੇਤੀ ਯੂਨੀਵਰਸਿਟੀ ਲੁਧਿਆਣਾ
ਜਗਰਾਵਾਂ ਰੋਡ ਦੇ ਉੱਪਰ ਬਹੁਤ ਵੱਡੇ ਖੇਤਰਫਲ ਵਿੱਚ ਫੈਲੀ ਹੋਈ ਹੈ। ਇਸ ਵਿੱਚ ਪੰਜਾਬ ਵਿੱਚ ਬੀਜੀ ਜਾਣ ਵਾਲੀ ਹਰ ਫਸਲ ਤੇ ਹਰ ਨਸਲੀ ਜੀਵ ਦੇ ਇਲਾਜ ਦੇ ਵਾਧੇ ਅਤੇ ਸੁਧਾਰ ਦਾ ਕੰਮ ਤੇ ਖੋਜ ਕਾਰਜ ਵਿਗਿਆਨਕ ਢੰਗ ਨਾਲ ਚੱਲਦਾ ਹੈ ਤੇ ਖੋਜਾਂ ਹੋ ਰਹੀਆਂ ਨੇ। ਇਸ ਨੇ ਬਹੁਤ ਸਾਰੇ ਵਿਗਿਆਨੀਆਂ, ਡਾਕਟਰਾਂ ਤੇ ਮਾਹਿਰਾਂ ਨੂੰ ਪੈਦਾ ਕੀਤਾ ਹੈ। ਇਸ ਕਰਕੇ ਹੀ ਪੰਜਾਬ ਦਾ ਸੂਬਾ ਦੂਸਰੇ ਸੂਬਿਆਂ ਨਾਲੋਂ ਇਨ੍ਹਾਂ ਖੇਤਰਾਂ ਵਿੱਚ ਬਹੁਤ ਅੱਗੇ ਨਿਕਲ ਗਿਆ ਤੇ ਨਵੀਆਂ ਖੋਜਾਂ ਦਾ ਕੰਮ ਵੀ ਨਿਰੰਤਰ ਚੱਲ ਰਿਹਾ। ਜਦੋਂ ਤੋਂ ਇਹ ਯੂਨੀਵਰਸਿਟੀ ਹੋਂਦ ਵਿੱਚ ਆਈ ਹੈ, ਉਸੇ ਦਿਨ ਤੋਂ ਭਾਰਤ ਵਿੱਚ ਕਾਲ ਪੈਣਾ ਖਤਮ ਹੀ ਨਹੀਂ ਹੋਇਆ, ਸਗੋਂ ਕਣਕ ਅਤੇ ਦੂਸਰੇ ਅਨਾਜ ਦੂਸਰੇ ਸੂਬਿਆਂ ਅਤੇ ਦੇਸ਼ਾਂ ਨੂੰ ਨਿਰਯਾਤ ਕਰਨ ਵਾਲਾ ਸੂਬਾ ਵੀ ਇਹ ਬਣ ਗਿਆ ਹੈ। ਪੰਜਾਬ ਦੇ ਹਰ ਜ਼ਿਲ੍ਹਾ ਹੈੱਡਕੁਆਟਰ, ਤਹਿਸੀਲ ਤੇ ਮਸ਼ਹੂਰ ਪਿੰਡਾਂ ਵਿੱਚ ਵੀ ਇਸ ਦੇ ਸਬ ਦਫ਼ਤਰ ਖੁੱਲ੍ਹ ਗਏ ਨੇ, ਜਿੱਥੇ ਕਰਮਚਾਰੀ ਬਹੁਤ ਮਿਹਨਤ ਨਾਲ ਕਿਸਾਨਾਂ ਨਾਲ ਕਿਸਾਨੀ ਕੰਮ ਵਿੱਚ ਤਾਲਮੇਲ ਕਰਕੇ ਸੇਵਾ ਨਿਭਾ ਰਹੇ ਨੇ ਅਤੇ ਬਹੁਤ ਦਿਲਚਸਪੀ ਨਾਲ ਵਿਚਰ ਰਹੇ ਨੇ। ਇਸ ਕਰਕੇ ਪੰਜਾਬ ਸੂਬਾ ਖੇਤੀ ਖੇਤਰ ਵਿੱਚ ਦੂਸਰੇ ਸਭ ਸੂਬਿਆਂ ਤੋਂ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਤੀਸਰਾ ਕਾਰਨ, ਫਸਲਾਂ ਨੂੰ ਪਾਣੀ ਦੀ ਥੁੜ ਦਾ ਪੂਰਾ ਹੋ ਜਾਣਾ। ਪੰਜਾਬ ਵਿੱਚ ਨਹਿਰੀ ਜਾਲ ਵਿੱਚ ਜਾਣ ਕਰਕੇ ਤੇ ਬਾਕੀ ਬਚੀ ਖੁਚੀ ਥਾਂ ਤੇ ਬਿਜਲੀ ਦੇ ਪਾਵਰ ਕਨੈਕਸ਼ਨ ਮਿਲ ਜਾਣ ਕਰਕੇ, ਮੋਟਰਾਂ ਯਾਨੀ ਟਿਊਬਵੈੱਲਾਂ ਦੇ ਲੱਗ ਜਾਣ ਨਾਲ ਹਰ ਖੇਤ ਵਿੱਚ ਫਸਲ ਵਾਸਤੇ ਪਾਣੀ ਦੀ ਥੁੜ ਪੂਰੀ ਹੋਣ ਕਰਕੇ ਹਰ ਥਾਂ ਭਰਵੀਂ ਫਸਲ ਹੋਣ ਲੱਗ ਪਈ ਹੈ। ਪਾਣੀ ਦੀ ਇੱਕ ਐਸੀ ਲੋੜ ਹੁੰਦੀ ਹੈ ਜਿਸ ਨੂੰ ਫਸਲ ਵਾਸਤੇ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਦੀ ਥੁੜ ਕਰਕੇ ਹੀ ਪੰਜਾਬ ਦੇ ਖੇਤ ਪਹਿਲੋਂ ਬੰਜਰ ਹੁੰਦੇ ਸਨ। ਇਹ ਉਹੀ ਖੇਤ ਹਨ ਜਿੱਥੇ ਹੁਣ ਭਰਵੀਆਂ ਫਸਲਾਂ ਦੀਆਂ ਰੌਣਕਾਂ ਲੱਗਦੀਆਂ ਹਨ, ਜਿੱਥੇ ਅਤੇ ਜਿੱਧਰ ਦੇਖੋ ਦੂਰ ਦੂਰ ਤੱਕ ਹਰਿਆਲੀ ਹੀ ਹਰਿਆਲੀ ਦਾ ਸੱਚਮੁੱਚ ਹਰਾ ਇਨਕਲਾਬ ਆਇਆ ਹੀ ਦਿਸਦਾ ਹੈ। ਚੌਥਾ ਕਾਰਨ, ਮਸ਼ੀਨਰੀ ਯੁੱਗ ਦਾ ਆ ਜਾਣਾ। ਉਹ ਵੀ ਸਮਾਂ ਸੀ ਜਦੋਂ ਪੰਜਾਬ ਵਿੱਚ ਕਿਸੇ ਕਿਸੇ ਘਰ ਵਿੱਚ ਸਾਈਕਲ ਹੁੰਦਾ ਸੀ ਤੇ ਕਿਸੇ ਕਿਸੇ ਘਰ ਵਿੱਚ ਰੇਡੀਓ ਤੇ ਟਾਈਮ ਪੀਸ। ਉਸ ਵੇਲੇ ਉਸ ਘਰ ਨੂੰ ਬਹੁਤ ਅਗਾਂਹ ਵਧੂ ਤੇ ਤਰੱਕੀ ਵਾਲਾ ਕਦਮ ਪੁੱਟਣ ਵਾਲਾ ਤੇ ਪੜ੍ਹਿਆ ਲਿਖਿਆ ਪਰਿਵਾਰ ਸਮਝਿਆ ਜਾਂਦਾ ਸੀ। ਹੁਣ ਉਹ ਸਮਾਂ ਕਿੰਨਾ ਪਿੱਛੇ ਰਹਿ ਗਿਆ ਤੇ ਨਵਾਂ ਸਮਾਂ ਜੋ ਬਹੁਤ ਤੇਜ਼ ਰਫ਼ਤਾਰ ਵਾਲਾ ਹੈ ਆ ਗਿਆ ਹੈ। ਉਸ ਵੇਲੇ ਸਾਈਕਲ ਦੇ ਦੋਨੋਂ ਪਹੀਏ ਜਦੋਂ ਪੈਡਲ ਮਾਰਨ ਨਾਲ ਅੱਗੇ ਪਿੱਛੇ ਚੱਲਦੇ ਸਨ, ਤਦ ਲੋਕ ਕਹਿੰਦੇ ਹੁੰਦੇ ਸੀ, ਇਹਨਾਂ ਨੂੰ ਸੱਜੇ ਖੱਬੇ ਡਿੱਗਣੋਂ ਕਿਹੜੀ ਤਾਕਤ ਬਚਾਉਂਦੀ ਹੈ। ਰੇਡੀਓ ਵਿੱਚੋਂ ਕੁੰਦਨ ਲਾਲ ਸਹਿਗਲ ਦੀ ਆਵਾਜ਼ ਸੁਣ ਕੇ ਕਹਿੰਦੇ ਹੁੰਦੇ ਸਨ, ਇਸ ਵਿੱਚ ਉਹ ਕਿਵੇਂ ਵੜ ਗਿਆ ਤੇ ਕਿੱਥੇ ਬੈਠਾ ਗੀਤ ਗਾਉਂਦਾ ਹੋਏਗਾ। ਸਮੇਂ ਨੇ ਕਿੰਨਾ ਪਲਟਾ ਖਾਧਾ ਹੈ। ਹੁਣ ਮੋਬਾਈਲ ਤੇ ਕੰਪਿਊਟਰ ਨੇ ਬਹੁਤ ਵੱਡੀ ਦੁਨੀਆ ਨੂੰ ਬਹੁਤ ਛੋਟੀ ਜਿਹੀ ਬਣਾ ਦਿੱਤਾ ਹੈ। ਮਸ਼ੀਨਰੀ ਯੁੱਗ ਆਉਣ ਨਾਲ ਇਸ ਦੀ ਮਦਦ ਨਾਲ ਖੇਤਾਂ ਦਾ ਲੈਵਲ ਬਰਾਬਰ ਕਰਕੇ ਉਪਜਾਊ ਸ਼ਕਤੀ ਵਧਾ ਕੇ ਕਿਸਾਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਤੇ ਮਾਹਰਾਂ ਦੇ ਦੱਸਣ ਮੁਤਾਬਕ ਖੇਤੀ ਧੰਦਾ ਕਰਨ ਨਾਲ ਹੀ ਹਰੇ ਇਨਕਲਾਬ ਦੇ ਆਉਣ ਨੂੰ ਹੁਲਾਰਾ ਮਿਲਿਆ। ਹੁਣ ਕਿਸਾਨ ਖੁਦ ਆਪ ਫਸਲ ਨੂੰ ਸੰਭਾਲਦਾ ਹੈ। ਪਹਿਲੋਂ ਪੱਕੀ ਹੋਈ ਫਸਲ ਸੰਭਾਲਣ ਪੱਖੋਂ ਰੁਲਦੀ ਤੇ ਗਲਦੀ ਰਹਿੰਦੀ ਸੀ। ਮਸ਼ੀਨਰੀ ਨੇ ਕਿਸਾਨੀ ਦੇ ਦੁੱਖਾਂ ਤੇ ਤਕਲੀਫਾਂ ਦੇ ਭਰੇ ਹੋਏ ਵੱਡੇ ਕੱਦ ਵਾਲੇ ਕੰਮ ਨੂੰ ਹੁਣ ਸੌਖਾ ਤੇ ਛੋਟਾ ਬਣਾ ਕੇ ਰੱਖ ਦਿੱਤਾ ਹੈ, ਜਿਸ ਕਰਕੇ ਕਿਸਾਨਾਂ ਦੇ ਹੌਸਲੇ ਵੱਧ ਗਏ ਹਨ। ਪੰਜਵਾਂ ਕਾਰਨ, ਖੇਤੀ ਹੇਠ ਰਕਬਾ ਵਧਣਾ। ਭਾਰਤ ਦੇ ਆਜ਼ਾਦ ਹੋਣ ਵੇਲੇ ਖੇਤੀ ਹੇਠ ਰਕਬਾ ਬਹੁਤ ਘੱਟ ਸੀ। ਉਸ ਵੇਲੇ ਖੂਹਾਂ ਦੀ ਗਿਣਤੀ ਵੀ ਘੱਟ ਅਤੇ ਉਹ ਵੀ ਪਿੰਡਾਂ ਦੇ ਨੇੜੇ ਨੇੜੇ ਹੁੰਦੀ ਸੀ। ਦੂਰ ਵਾਲੀ ਧਰਤੀ ਵਿੱਚ ਕਿਤੇ ਕਿਤੇ ਖੇਤ ਜ਼ਰੂਰ ਸਨ, ਪਰ ਉਹ ਵੀ ਬਰਾਨੀ ਫਸਲ ਦੇ ਯੋਗ ਹੁੰਦੇ ਸਨ ਤੇ ਬਾਕੀ ਸਾਰੀ ਜ਼ਮੀਨ ਖਾਲੀ ਪਈ ਹੁੰਦੀ ਸੀ, ਜਿਸ ਉੱਤੇ ਜੰਗਲ ਹੀ ਜੰਗਲ ਹੁੰਦੇ ਸਨ। ਪਹਿਲਾਂ ਸਰਕਾਰ ਵੱਲੋਂ ਸਰਵੇ ਫਿਰ ਮੁਰੱਬਾਬੰਦੀ ਕਰਵਾਉਣ ਨਾਲ ਕਿਸਾਨਾਂ ਨੇ ਆਪੋ ਆਪਣੇ ਟੱਕਾਂ ਵਿੱਚੋਂ ਜੰਗਲ ਪੁੱਟ ਕੇ ਖੇਤ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਤੋਂ ਮਗਰੋਂ ਮਸ਼ੀਨਰੀ ਯੁੱਗ ਆ ਜਾਣ ਕਰਕੇ ਕਿਸਾਨਾਂ ਨੇ ਟਰੈਕਟਰ ਲੈਣੇ ਸ਼ੁਰੂ ਕਰਕੇ ਖੇਤਾਂ ਨੂੰ ਸਵਾਰਨ ਅਥਵਾ ਬਰਾਬਰ ਕਰਨ ਵੱਲ ਆਪਣਾ ਧਿਆਨ ਲੈ ਆਂਦਾ ਸੀ ਤੇ ਵੱਡੇ ਵੱਡੇ ਧੋੜਿਆਂ ਨੂੰ ਪੱਧਰਾ ਕਰਨ ਵਾਸਤੇ ਬਲਡੋਜ਼ਰਾਂ ਤੋਂ ਮਦਦ ਲੈ ਲਈ ਗਈ ਸੀ। ਉਸ ਤੋਂ ਮਗਰੋਂ ਬਿਜਲੀ ਦੇ ਪਾਵਰ ਕਨੈਕਸ਼ਨ ਮਿਲਣ ਵੇਲੇ ਕਨੈਕਸ਼ਨ ਲੈ ਕੇ ਮੋਟਰਾਂ ਲੱਗਣ ਨਾਲ ਪਾਣੀ ਹੇਠਾਂ ਰਕਬਾ ਵਧਣ ਕਰਕੇ ਦੂਰ ਦੂਰ ਤੱਕ ਖੇਤਾਂ ਵਿੱਚ ਫਸਲਾਂ ਦੀ ਸੁੰਦਰ ਹਰਿਆਲੀ ਹੀ ਨਜ਼ਰ ਆਉਣ ਲੱਗੀ ਸੀ। ਤਾਂ ਕੀ ਹੋਇਆ, ਮੰਡੀਆਂ ਵਿੱਚ ਹਰ ਮੌਸਮ ਵੇਲੇ ਅਨਾਜ ਦੇ ਵੱਡੇ ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ਤੇ ਸਟੋਰਾਂ ਦੀ ਘਾਟ ਕਰਕੇ ਅਨਾਜ ਸੰਭਾਲਣਾ ਵੀ ਮੁਸ਼ਕਲ ਹੋ ਗਿਆ ਸੀ। ਹਰੇ ਇਨਕਲਾਬ ਦੇ ਆਉਣ ਦਾ ਮੁੱਖ ਕਾਰਨ ਦੇਸ਼ ਨੂੰ ਮਿਲੀ ਆਜ਼ਾਦੀ ਦੇ ਸਿਰ ਹੀ ਵੱਜਦਾ ਹੈ, ਕਿਉਂਕਿ ਜੇ ਦੇਸ਼ ਆਜ਼ਾਦ ਨਾ ਹੁੰਦਾ ਤਾਂ ਪਿਛਲੇ ਲਿਖੇ 5 ਕਾਰਨਾਂ ਦੇ ਵਿੱਚੋਂ ਇੱਕ ਨੇ ਵੀ ਨਹੀਂ ਸੀ ਉਪਜਣਾ, ਜਿਸ ਕਰਕੇ ਨਾ ਬਾਂਸ ਦਾ ਪੈਦਾ ਹੋਣਾ ਸੀ ਤੇ ਨਾ ਹੀ ਵੱਜਣੀ ਸੀ ਬੰਸਰੀ। ਆਜ਼ਾਦੀ ਹੀ ਸਭ ਕੁਝ ਦਾ ਆਧਾਰ ਬਣੀ ਹੈ। 6ਵਾਂ ਤੇ ਮੁੱਖ ਕਾਰਨ, ਦੇਸ਼ ਨੂੰ ਮਿਲੀ ਆਜ਼ਾਦੀ ਤੋਂ ਉਪਜੀ ਤਰੱਕੀ ਨਾਲ ਕੀ ਫਾਇਦਾ ਹੋਇਆ। ਖੇਤੀ ਸੱਭਿਆਚਾਰ ਵਿੱਚ ਵੱਡੀ ਤਬਦੀਲੀ। ਆਜ਼ਾਦੀ ਤੇ ਉਸ ਤੋਂ ਮਿਲੀ ਤਰੱਕੀ ਦੋਵੇਂ ਵਸਤੂਆਂ ਨਹੀਂ, ਸਗੋਂ ਮਹਿਸੂਸ ਕਰਨ ਵਾਲੇ ਅਹਿਸਾਸ ਦੇ ਹਨ। ਖੁਸ਼ੀਆਂ ਤੇ ਹੌਸਲੇ ਵੀ ਵਧੇ ਹਨ, ਜੋ ਚੱਲ ਰਹੇ ਸੱਭਿਆਚਾਰ ਨੂੰ ਮੋੜ ਦੇਣ ਵਾਲੀਆਂ ਸ਼ਕਤੀਆਂ ਹੀ ਹੁੰਦੀਆਂ ਹਨ। ਇਹ ਤਰੱਕੀ ਹੀ ਹੈ ਜਿਸ ਨੇ ਚੱਲ ਰਹੇ ਸੱਭਿਆਚਾਰ ਨੂੰ ਕਈ ਵਾਰ ਬਦਲਵੇਂ ਰੂਪ ਵਿੱਚ ਲਿਆਂਦਾ ਤੇ ਪਹਿਲੇ ਨੂੰ ਪੁਰਾਣਾ ਬਣਾ ਕੇ ਅਲੋਪ ਕੀਤਾ ਹੁੰਦਾ ਹੈ। ਜੇ ਇਹ ਤਰੱਕੀ ਨਾ ਹੁੰਦੀ ਤਦ ਇੱਥੇ ਹੁਣ ਵੀ ਬਾਬੇ ਆਦਮ ਵੇਲੇ ਦਾ ਸੱਭਿਆਚਾਰ ਚੱਲਦਾ ਹੋਣਾ ਸੀ ਤੇ ਵਿਰਸਾ ਵੀ
ਉਹ ਪਹਿਲੇ ਵਾਲਾ ਹੀ ਪਿਛਲੀਆਂ ਪੀੜ੍ਹੀਆਂ ਵੱਲੋਂ ਅਗਲੀਆਂ ਨੂੰ ਸੰਭਾਲੇ ਜਾਣਾ ਸੀ। ਇੱਥੇ ਗੱਲ ਚੱਲ ਰਹੀ ਸੀ ਆਜ਼ਾਦੀ ਤੋਂ ਮਿਲੀ ਤਰੱਕੀ ਨੇ ਕੀ ਸੰਵਾਰਿਆ। ਲਓ ਫਿਰ ਸੁਣੋ। 1947 ਈਸਵੀ ਤੋਂ ਪਹਿਲੋਂ ਦੀ ਹਾਲਤ। ਆਜ਼ਾਦੀ ਤੋਂ ਮਿਲੀ ਤਰੱਕੀ ਨੇ ਬਹੁਤ ਕੁਝ ਸੰਵਾਰਿਆ ਹੈ। ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ 200 ਸਾਲਾਂ ਦੀ ਗੁਲਾਮੀ ਤੋਂ ਸਾਡਾ ਖਹਿੜਾ ਛੁੱਟਿਆ ਤੇ ਹੁਣ ਅਸੀਂ ਇਵੇਂ ਮਹਿਸੂਸ ਕਰ ਰਹੇ ਹਾਂ ਜਿਵੇਂ ਤੋਤਾ ਪਿੰਜਰੇ ਤੋਂ ਬਾਹਰ ਆ ਕੇ ਖੁਸ਼ੀ ਮਹਿਸੂਸ ਕਰਦਾ ਹੁੰਦਾ ਹੈ। ਹਵਾ ਜੇਲ੍ਹ ਦੇ ਅੰਦਰ ਤੇ ਬਾਹਰ ਭਾਵੇਂ ਇੱਕੋ ਹੀ ਕਿਸਮ ਦੀ ਹੁੰਦੀ ਹੈ, ਪਰ ਫਿਰ ਵੀ ਬਾਹਰ ਵਾਲੀ ਹਵਾ ਦਾ ਆਨੰਦ ਵੱਖਰਾ ਹੀ ਹੁੰਦਾ ਹੈ। ਗੱਲ ਜੇ 1947 ਈਸਵੀ ਤੋਂ ਸ਼ੁਰੂ ਕਰੀਏ ਤੇ ਆਪਣੇ ਧਿਆਨ ਨੂੰ ਪਹਿਲੋਂ ਉਸ ਵੇਲੇ ਤੇ ਫਿਰ ਮੌਜੂਦਾ ਸਮੇਂ ਉੱਤੇ ਲੈ ਕੇ ਆਈਏ ਤਾਂ ਜ਼ਮੀਨ ਅਸਮਾਨ ਵਰਗਾ ਫਰਕ ਨਜ਼ਰ ਆਉਂਦਾ ਹੈ। ਇਹਨਾਂ 68 ਸਾਲਾਂ ਵਿੱਚ ਧਰਤੀ ਦੀ ਸੁੰਦਰਤਾ ਇਕੱਲੇ ਲੰਬੇ ਸਮੇਂ ਨਾਲ ਹੀ ਨਹੀਂ ਵਧੀ ਹੈ, ਸਗੋਂ ਆਜ਼ਾਦੀ ਤੋਂ ਪੈਦਾ ਹੋਈ ਲੋਕਾਂ ਵਿੱਚ ਜਾਗਰਤੀ ਕਰਕੇ ਵਧੀ ਹੈ। ਉਸ ਵੇਲੇ ਧਰਤੀ ਹੁਣ ਨਾਲੋਂ ਬਹੁਤ ਕਰੂਪ ਸੀ। ਉਸ ਵੇਲੇ ਘਰ ਕੱਚੇ, ਗੋਹੇ ਮਿੱਟੀ ਦੇ ਲਿਪੇ ਹੋਏ ਵਿਹੜੇ ਤੇ ਛੱਤਾਂ ਉੱਚੀਆਂ ਨੀਵੀਆਂ, ਜ਼ਿਆਦਾ ਰੁੱਖ ਕੰਡਿਆਲੇ, ਰਾਹ ਪਗਡੰਡੀਆਂ ਤੰਗ ਤੇ ਟੇਢੇ ਮੇੜੇ, ਸੜਕਾਂ ਘੱਟ, ਆਵਾਜਾਈ ਲਈ ਤਾਂਗੇ, ਸਾਈਕਲ, ਗੱਡੇ, ਰੇਲ ਸਿਸਟਮ ਕਮਜ਼ੋਰ, ਖੇਤ ਟੇਢੇ ਤੇ ਬੇਢੰਗੇ ਤੇ ਬਗੈਰ ਪਜਾਮਾ ਤੋਂ ਫਸਲ ਘੱਟ, ਪਹਿਰਾਵਾ ਖੱਦਰ ਦਾ, ਕੋਈ ਫੈਸ਼ਨ ਨਹੀਂ, ਲੋਕ ਸੁਸਤ ਤੇ ਸਿੱਧੜ ਜੇ ਪੁਰਾਣੇ ਰੀਤੀ ਰਿਵਾਜ, ਸਕੂਲ ਕੋਈ, ਸਾਰਾ ਸੱਭਿਆਚਾਰ ਸਦੀਆਂ ਪੁਰਾਣਾ, ਪਾਥੀਆਂ ਦੇ ਗੁਹਾਰੇ ਕੁੱਪ ਤੂੜੀ ਵਾਲੇ ਤੇ ਦਿਬ ਕਾਹੀ ਹੁੰਦੀ ਸੀ। ਦੂਰੋਂ ਦਿਸਦੀ ਤਰੱਕੀ ਦੀ ਚਮਕ। ਮੌਜੂਦਾ ਸਮੇਂ ਤੱਕ ਹੋਈ ਤਰੱਕੀ ਦੀ ਚਮਕ ਤਾਂ ਦੂਰੋਂ ਹੀ ਚਮਕਾ ਮਾਰ ਰਹੀ ਅੱਖਾਂ ਨੂੰ ਦਿਸ ਰਹੀ ਹੈ। ਜੇ ਅਸੀਂ ਖੇਤਾਂ ਵੱਲ ਦੇਖਦੇ ਹਾਂ ਤਾਂ 4 ਸਿੱਧੀਆਂ ਭੁਜਾਂ ਵਾਲੇ ਵੱਡੇ ਤੇ ਹਰਿਆਲੀ ਨਾਲ ਲਹਿਰਾਉਂਦੀਆਂ ਵਪਾਰਕ ਫਸਲਾਂ ਨਾਲ ਭਰਪੂਰ ਖੇਤ, ਸਜਦੇ ਫਾਰਮ ਹਾਊਸ, ਮੋਟਰਾਂ ਚੱਲਦੀਆਂ, ਕਿਸਾਨ ਗੀਤ ਗਾਉਂਦੇ, ਖੇਤਾਂ 'ਚ ਕੰਮ ਕਰਦੇ, ਟਰੈਕਟਰ ਨੱਚਦੇ ਟੱਪਦੇ ਚੱਲਦੇ ਤੇ ਕਈ ਕਿਸਮਾਂ ਦੀ ਮਸ਼ੀਨਰੀ ਨਾਲ ਕੰਮ ਵਿੱਚ ਰੁੱਝੇ ਹੋਏ ਦਿਸਦੇ ਹਨ, ਜਿਸ ਸਦਕੇ ਅਨਾਜ ਮੰਡੀ 'ਚ ਰੌਣਕਾਂ, ਆੜਤੀਏ ਬਈਆਂ ਦੇ ਵਰਕੇ ਥਲਦੇ ਆ, ਅਨਾਜ ਭੰਡਾਰ ਨੱਕੋ ਨੱਕ ਭਰੇ ਹੋਏ, ਵਾਧੂ ਅਨਾਜ ਖੇਤਾਂ ਵਿੱਚ ਹੀ ਤਰਪਾਲਾਂ ਹੇਠ ਟਕਿਆ ਹੋਇਆ, ਬਾਹਰੋਂ ਅਨਾਜ ਮੰਗਵਾਉਣਾ ਬੰਦ, ਉਹੀ ਪੈਸਾ ਦੇਸ਼ ਦੀ ਤਰੱਕੀ 'ਤੇ ਖਰਚ ਹੁੰਦਾ ਹੈ। ਭੁੱਖਮਰੀ ਖਤਮ, ਕਾਲ ਪੈਨੋਂ ਹਟ ਗਏ ਹਨ। ਉਜਾੜਾਂ, ਮਹਿਰਾਂ, ਜੂਹਾਂ ਵਿੱਚੋਂ ਕੰਡਿਆਲੇ ਰੁੱਖਾਂ, ਝਾੜੀਆਂ ਦੇ ਜੰਗਲ, ਬੂਝੇ, ਅੱਕ, ਥੋਹਰ, ਸਰਕੰਡਾ, ਪੁੱਟਕੰਡਾ, ਪੋਲੀ, ਭੁੱਕੀ ਵਰਗੀਆਂ ਸਭ ਜੰਗਲੀ ਜੜੀ ਬੂਟੀਆਂ ਪੁੱਟੀਆਂ ਗਈਆਂ ਹਨ। ਦੂਰ ਦੂਰ ਤੱਕ ਖੇਤ ਬਣ ਗਏ ਹਨ। ਉਜਾੜਾਂ ਪੱਧਰੀਆਂ ਹੋ ਕੇ ਵਸ ਗਈਆਂ ਹਨ। ਖਤਰੇ ਦੇ ਡਰ ਕੱਟ ਗਏ ਹਨ। ਪਿੰਡ ਵੀ ਚਮਕਦੇ। ਕੱਚੇ ਤੇ ਤੰਗ ਘਰਾਂ ਵਾਲੀ ਥਾਂ ਖੁੱਲੀਆਂ ਤੇ ਕਈ ਮੰਜ਼ਰਾਂ ਵਾਲੀਆਂ ਉੱਚੀਆਂ ਉਸਰੀਆਂ ਤੇ ਸਜੀਆਂ ਕੋਠੀਆਂ, ਖੁੱਲ੍ਹੇ ਵਿਹੜੇ, ਕਈ ਰੰਗਾਂ ਵਾਲੇ ਫੁੱਲ ਬੂਟਿਆਂ ਦੇ ਗਮਲੇ, ਵੱਖ-ਵੱਖ ਸ਼ਕਲਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ, ਟੌਰ ਦੁੱਗਣਾ ਕਰਦੀਆਂ। ਹਾਲ ਕਮਰਿਆਂ ਵਿੱਚ ਖੁਸ਼ਹਾਲੀ ਦਿਸਦੀ, ਕੀਮਤੀ ਗਲੀਚੇ ਵਿਛੇ ਹੋਏ, ਡੋਰਮੈਟ ਰੱਖੇ, ਡਬਲ ਬੈੱਡ, ਸੋਫਾ ਸੈੱਟ, ਕੁਰਸੀਆਂ, ਮੇਜ਼, ਰੂਮ, ਕੂਲਰ, ਹੀਟਰ, ਪੱਖੇ, ਕਮਰੇ, ਏਅਰ ਕੰਡੀਸ਼ਨ, ਟਿਊਬ ਲਾਈਟਾਂ, ਲਾਟੂ ਜਗਦੇ, ਰਾਤ ਨੂੰ ਦਿਨ ਚੜ੍ਹ ਦਿੰਦੇ ਜਗਮਗਾਉਂਦੇ, ਵੱਡੀਆਂ ਜਰਨੈਲੀ ਸੜਕਾਂ 4, 6 ਤੇ 8 ਲੇਨਾਂ ਚੌੜੀਆਂ, ਡਿਵਾਈਡਰ ਸਜਦੇ, ਲਿੰਕ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਵਾਹਨ ਇੱਧਰ ਉੱਧਰ ਤੇਜ਼ ਦੌੜਦੇ ਤੇ ਹਵਾ ਨਾਲ ਖਹਿ ਕੇ ਸ਼ੂਕਦੇ ਸੁਣਦੇ, ਹਾਰਨ ਵੱਜਦੇ। ਬੀਬੀਆਂ 2 ਪਹੀਆ ਵਾਹਨ ਮੂੰਹ ਢੱਕੇ ਤੇ ਐਨਕਾਂ ਲਾ ਕੇ ਆਮ ਚਲਾਉਂਦੀਆਂ ਹਨ, ਜੋ ਤਰੱਕੀ ਤੇ ਅਗਾਹ ਵਧਣ ਦੇ ਸੰਕੇਤ ਵਜੋਂ ਦਿਸਦੀਆਂ। ਦੂਰ ਜਾਣ ਤੇ ਵਾਪਸ ਮੁੜਨਾ ਸੌਖਾ ਹੋਇਆ। ਲੰਮੇ ਰੂਟ ਦੀਆਂ ਨਵੀਆਂ ਬੱਸਾਂ ਚੱਲਦੀਆਂ। ਆਧੁਨਿਕ ਤੇ ਬਹੁਤ ਕਿਸਮਾਂ ਦੇ ਨਵੇਂ ਵਾਹਨਾਂ ਤੇ ਮਾਡਲਾਂ ਦਾ ਸੜਕਾਂ ਤੇ ਆ ਜਾਣਾ। ਹਵਾਈ ਸਫ਼ਰ ਵਾਸਤੇ ਨਵੇਂ ਜਹਾਜ਼ਾਂ ਤੇ ਅੱਡਿਆਂ ਦਾ ਨਿਰਮਾਣ ਤੇ ਅਪਗ੍ਰੇਡ ਹੋਣਾ ਤੇ ਲੰਮੀਆਂ ਉਡਾਣਾਂ ਦੀ ਗਿਣਤੀ ਵਧਣੀ। ਰੇਲਵੇ ਲਾਈਨਾਂ ਡਬਲ ਤੇ ਲੰਮੀਆਂ ਵੱਧ ਜਾਣੀਆਂ। ਡੱਬਿਆਂ ਵਿੱਚ ਸੁਧਾਰ, ਸਕੂਲ, ਕਾਲਜ ਤੇ ਯੂਨੀਵਰਸਿਟੀਆਂ, ਅਪਗ੍ਰੇਡ, ਗਿਣਤੀ ਵਧਣੀ। ਵਿੱਦਿਆ ਦਾ ਪ੍ਰਸਾਰ, ਛੋਟੇ ਪਿੰਡਾਂ ਤੱਕ ਨੌਜਵਾਨ ਪੜ੍ਹੇ ਲਿਖੇ, ਅਨਪੜ੍ਹਤਾ ਦਾ ਹਨੇਰਾ ਖਤਮ, ਵਿੱਦਿਆ ਦਾ ਚਾਨਣ ਹੋਇਆ। ਉੱਨਤ ਦੇਸ਼ਾਂ ਵਿੱਚ ਵਿਦਿਆਰਥੀਆਂ ਵਾਸਤੇ ਪੜ੍ਹਾਈ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਨੌਜਵਾਨਾਂ ਦਾ ਬਾਹਰ ਵੱਲ ਮੂੰਹ, ਪੜ੍ਹਾਈ ਦਾ ਰੁਝਾਨ ਵਧਿਆ। ਜਾਗਰਤੀ ਆਈ, ਬਹਾਨਾ ਪੜ੍ਹਾਈ ਦਾ ਤੇ ਇਰਾਦਾ ਸੈੱਟ ਹੋਣ ਦਾ। ਬਾਹਰ ਕਈ ਮਿੰਨੀ ਪੰਜਾਬ ਹੋਂਦ ਵਿੱਚ ਆ ਗਏ ਹਨ। ਪੜ੍ਹਾਈ 'ਚ ਵਿਸ਼ਵ 'ਚ ਬਰਾਬਰੀ ਦੇ ਮੁਕਾਬਲੇਬਾਜ਼ੀ ਸ਼ੁਰੂ, ਚੰਗੇ ਨਤੀਜਿਆਂ ਦੀਆਂ ਸੰਭਾਵਨਾਵਾਂ। ਮਿਹਨਤੀ ਪੰਜਾਬੀ ਹੱਥ ਵੱਲੋਂ ਵਿਸ਼ਵ ਦੀ ਤਰੱਕੀ ਤੇ ਸਿਆਸਤ ਉੱਤੇ ਛਾ ਜਾਣ ਦੀ ਸੰਭਾਵਨਾ ਵਧੀ ਹੈ। ਲੋਕ ਸਹੂਲਤਾਂ ਦਾ ਪਿੰਡਾਂ ਤੱਕ ਪਸਾਰ। ਛੋਟੇ ਸ਼ਹਿਰਾਂ ਤੇ ਪਿੰਡਾਂ ਤੱਕ ਵਿਦਿਅਕ ਅਦਾਰਿਆਂ ਨੇ ਪਹੁੰਚ ਬਣਾ ਲਈ ਹੈ। ਹਸਪਤਾਲਾਂ, ਬੈਂਕਾਂ, ਕੋਆਪਰੇਟਿਵ ਸੁਸਾਇਟੀਆਂ ਤੇ ਡਾਕਖਾਨਿਆਂ ਵਰਗੀਆਂ ਲੋਕ ਸਹੂਲਤਾਂ ਦੀ ਪਿੰਡਾਂ ਤੱਕ ਪਹੁੰਚ ਹੋ ਗਈ ਹੈ। ਘਰ ਦੇ ਵਿਹੜਿਆਂ 'ਚ ਕੋਈ ਨਾ ਕੋਈ ਵਾਹਨ ਦਾ ਖੜੇ ਦਿਸਣਾ। ਕਮਰਿਆਂ ਵਿੱਚ ਕੰਪਿਊਟਰ ਜਾਂ ਲੈਪਟਾਪ ਦੇ ਕੀਬੋਰਡਾਂ ਤੇ ਬੀਬੀਆਂ ਤੇ ਬੱਚਿਆਂ ਦੀਆਂ ਉਂਗਲੀਆਂ ਚੱਲਣੀਆਂ ਤੇ ਚੂਹੇ ਦੀ ਸ਼ਕਲ ਦੇ ਮਾਊਸ ਉੱਤੇ ਹੱਥਾਂ ਤੇ ਅਗਾਂਹ ਪਿਛਾਂਹ ਹਰਕਤ। ਇੰਟਰਨੈੱਟ ਦੀ ਹੁੰਦੀ ਵਰਤੋਂ, ਹੱਥਾਂ ਵਿੱਚ ਮੋਬਾਈਲ ਦਾ ਆ ਜਾਣਾ। ਕਾਰਖਾਨਿਆਂ ਤੇ ਫੈਕਟਰੀਆਂ ਦੀ ਗਿਣਤੀ ਵੱਧ ਜਾਣੀ। ਨੌਕਰੀਆਂ ਦੇ ਮੌਕੇ ਵੱਧ ਜਾਣੇ। ਰੇਲ ਦੇ ਡੱਬੇ, ਚਮੜੇ ਦੀਆਂ ਵਸਤੂਆਂ, ਪ੍ਰੈਸ਼ਰ ਕੁੱਕਰ, ਬਿਜਲੀ ਦੀਆਂ ਸਵਿੱਚਾਂ ਦਾ ਮਿਆਰ ਬਹੁਤ ਉੱਚੀ ਪੱਧਰ ਤੇ ਪਹੁੰਚਣਾ ਤੇ ਵਿਦੇਸ਼ਾਂ ਵਿੱਚ ਇਸ ਸਮਾਨ ਦੀ ਬਰਾਮਦ। ਵਿਦੇਸ਼ੀ ਕਰੰਸੀ ਵੱਡੀ ਪੱਧਰ ਤੇ ਕਮਾਉਣੀ ਵੀ ਸ਼ਾਮਲ ਹੈ। ਨਹਿਰਾਂ ਤੇ ਸੜਕਾਂ ਦੇ ਦੋਨੋਂ ਕਿਨਾਰਿਆਂ
ਰੇਲ ਦੀਆਂ ਲਾਈਨਾਂ, ਡਰੇਨਾਂ ਦੇ ਕਿਨਾਰਿਆਂ ਤੇ ਖਾਲੀ ਪਏ ਥਾਵਾਂ ਤੇ ਪਲਾਟਾਂ ਤੇ ਵੀ ਸੁੰਦਰ ਤੇ ਸ਼ਾਨਦਾਰ ਹਰਿਆਲੀ ਭਰੇ ਰੁੱਖਾਂ ਦਾ ਲੱਗ ਜਾਣ ਕਰਕੇ ਧਰਤੀ ਦੀ ਸੁੰਦਰਤਾ ਵਧੀ ਹੈ ਤੇ ਕਰੂਪਤਾ ਘਟੀ ਹੈ, ਜਿਸ ਕਰਕੇ ਧਰਤੀ ਦਾ ਨਕਸ਼ਾ ਹੀ ਸੁੰਦਰ ਲੱਗਣ ਲੱਗ ਪਿਆ ਹੈ। ਆਜ਼ਾਦੀ ਕਰਕੇ ਹੀ ਮਿਲੀ ਤਰੱਕੀ ਦੇ ਹੋਰ ਪ੍ਰਭਾਵ। ਦੇਸ਼ ਦੇ ਹਰ ਖੇਤਰ ਵਿੱਚ ਦੇਸ਼ ਦੀ ਤਰੱਕੀ 1947 ਈਸਵੀ ਤੋਂ ਮਗਰੋਂ ਹੀ ਦਿਸਣ ਲੱਗੀ, ਜੋ ਆਜ਼ਾਦੀ ਕਰਕੇ ਹੀ ਸੰਭਵ ਹੋਈ, ਜਿਸ ਦੇ ਪ੍ਰਭਾਵ ਦੇਸ਼ ਦੇ ਅੰਦਰ ਤੇ ਬਾਹਰ ਨਜ਼ਰ ਆਉਂਦੇ ਹਨ। ਤਰੱਕੀ ਨੂੰ ਲਿਆਉਣ ਵਾਸਤੇ ਗੁਆਂਢੀ ਤੇ ਦੂਰ ਦਰਾਜ਼ ਦੇ ਤਰੱਕੀ ਕਰਦੇ ਦੇਸ਼ਾਂ ਨਾਲ ਤਾਲਮੇਲ ਤੇ ਵਪਾਰਕ ਸਮਝੌਤੇ ਕਰਨੇ ਬਹੁਤ ਜ਼ਰੂਰੀ ਹਨ, ਜਿਸ ਨਾਲ ਤਰੱਕੀ ਦੇ ਰਾਹ ਹੀ ਨਹੀਂ ਖੁੱਲ੍ਹਦੇ, ਸਗੋਂ ਤਰੱਕੀ ਕਰਨ ਵਿੱਚ ਮੁਕਾਬਲੇਬਾਜ਼ੀ ਕਰਨ ਦੀ ਦੌੜ ਵੀ ਸ਼ੁਰੂ ਹੋ ਜਾਂਦੀ ਹੈ। ਹੋਰ ਫਾਇਦੇ ਇਹ ਵੀ ਹੁੰਦੇ ਹੈ ਕਿ ਜਿਵੇਂ ਲਿੰਕ ਵਧਣਾ, ਨੇੜਤਾ ਮਿਲਣੀ ਤੇ ਕੰਮ ਕਰਨ ਦੇ ਤਜਰਬਿਆਂ ਦਾ ਹਾਸਲ ਹੋਣਾ ਹੈ। ਇਸੇ ਸਦਕੇ ਹੀ ਦੇਸ਼ ਵਿੱਚ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਹੋਏ ਤੇ ਨੇਪਰੇ ਚੜ੍ਹੇ ਹਨ। ਜਿਵੇਂ ਰੇਲ ਕੋਚ ਫੈਕਟਰੀ ਨੇ ਡੱਬਿਆਂ ਦੇ ਨਵੀਨਤਮ ਕਿਸਮ ਦੇ ਮਾਡਲ ਤਿਆਰ ਕਰਕੇ ਰੇਲ ਮਹਿਕਮੇ ਨੂੰ ਤਰੱਕੀ ਦੀ ਲੀਹ ਤੇ ਲਿਆਂਦਾ ਹੈ ਤੇ ਵਿਦੇਸ਼ੀ ਕਰੰਸੀ ਦੀ ਵੀ ਕਾਫੀ ਕਮਾਈ ਕੀਤੀ ਹੈ। ਸਾਇੰਸ ਸਿਟੀ ਨੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ਾ ਅਪਣਾਉਣ ਵਾਸਤੇ ਪ੍ਰੇਰਿਆ ਤੇ ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਕੁਝ ਵਿਦਿਆਰਥੀ ਭਵਿੱਖ ਦੇ ਵੱਡੇ ਤੇ ਪ੍ਰਸਿੱਧ ਵਿਗਿਆਨਕ ਬਣ ਸਕਣ ਦੇ ਸਮਰੱਥ ਹੋ ਸਕਣ। ਟੈਕਨੀਕਲ ਯੂਨੀਵਰਸਿਟੀ ਨੇ ਨੌਜਵਾਨਾਂ ਨੂੰ ਟੈਕਨੀਕਲ ਪੜ੍ਹਾਈ ਰਾਹੀਂ ਜਾਗਰੂਕ ਕਰਕੇ ਭਾਰਤ ਨੂੰ ਇਸ ਖੇਤਰ ਵਿੱਚ ਵਿਸ਼ਵ ਦੇ ਅਗਾਂਹ ਵਧੂ ਦੇਸ਼ਾਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ। ਭਾਖੜਾ ਤੇ ਦੂਸਰੇ ਡੈਮਾਂ ਨੇ ਰਾਤਾਂ ਨੂੰ ਦਿਨਾਂ ਵਿੱਚ ਬਦਲ ਕੇ ਹਜ਼ਾਰਾਂ ਕਿਸਮਾਂ ਦੇ ਪਹੀਆਂ ਨੂੰ ਘੁਮਾਉਣਾ ਸ਼ੁਰੂ ਕੀਤਾ ਹੈ ਤੇ ਨਵੀਆਂ ਨਹਿਰਾਂ ਨੂੰ ਜਨਮ ਦੇ ਕੇ ਲੱਖਾਂ ਦੀ ਗਿਣਤੀ ਵਿੱਚ ਖੇਤਾਂ ਨੂੰ ਹਰਿਆਲੀ ਦੇ ਭਾਗ ਲਾ ਕੇ ਹਰੀ ਕ੍ਰਾਂਤੀ ਲਿਆਂਦੀ ਤੇ ਦਰਿਆਵਾਂ ਵਿੱਚ ਫਜ਼ੂਲ ਵਗਦੇ ਪਾਣੀ ਤੋਂ ਲਾਭ ਲਿਆ ਹੈ। ਤਰੱਕੀ ਸ਼ਹਿਰਾਂ ਤੋਂ ਪਿੰਡਾਂ ਤੱਕ ਪਹੁੰਚ ਗਈ ਹੈ। ਅਸਮਾਨ ਨੂੰ ਹੱਥ ਲਾਉਂਦੀਆਂ ਉੱਚੀਆਂ ਪਾਣੀ ਵਾਲੀਆਂ ਟੈਂਕੀਆਂ ਦੀ ਉਸਾਰੀ, ਪਿੰਡ ਦੀਆਂ ਫਿਰਨੀਆਂ ਤੇ ਗਲੀਆਂ ਨਾਲੀਆਂ ਦਾ ਪੱਕਿਆਂ ਹੋ ਜਾਣਾ, ਪਿੰਡਾਂ ਵਿੱਚ ਸੀਵਰੇਜ ਵਿੱਚ ਸੁਧਾਰ, ਛੱਪੜਾਂ ਦੀ ਦਸ਼ਾ ਸੁਧਰਨੀ, ਸਾਰੇ ਪਿੰਡਾਂ ਵਿੱਚ ਪਾਣੀ ਵਾਲੀਆਂ ਮੋਟਰਾਂ ਦਾ ਲੱਗ ਜਾਣਾ, ਹੋਇਆ ਤਾਂ ਹੋਰ ਬਹੁਤ ਕੁਝ ਹੈ ਜੋ ਦਰਸਾਉਂਦਾ ਕਿ ਆਜ਼ਾਦੀ ਦੇਸ਼ ਦੀ ਪਛਾਣ ਹੁੰਦੀ ਹੈ। ਇਸ 68 ਸਾਲਾਂ ਦੇ ਲੰਮੇ ਸਮੇਂ ਵਿੱਚ ਬਹੁਤ ਸਾਰਾ ਪੁਰਾਣਾ ਸੱਭਿਆਚਾਰ ਬਦਲਿਆ ਤੇ ਅਲੋਪ ਹੋਇਆ ਤੇ ਨਵਾਂ ਹੋਂਦ ਵਿੱਚ ਆਇਆ। ਆਜ਼ਾਦੀ ਤੋਂ ਉਪਜੀ ਤਰੱਕੀ ਤੋਂ ਮਿਲਿਆ ਪੱਖੀ ਪ੍ਰਭਾਵ, ਭਾਵ ਤਸਵੀਰ ਦਾ ਦੂਸਰਾ ਪਾਸਾ, ਇੱਕ ਵਿਸ਼ਲੇਸ਼ਣ। ਹਰ ਇੱਕ ਵਸਤੂ ਦੀ ਕਿਰਿਆ ਪ੍ਰਤੀਕਿਰਿਆ ਜਾਂ ਅਹਿਸਾਸ ਜਦੋਂ ਹੋਂਦ ਵਿੱਚ ਆਉਂਦਾ ਤਦ ਉਹ ਆਪਣੇ ਨਾਲ ਦੋ ਕਿਸਮਾਂ ਦੇ ਪ੍ਰਭਾਵ ਜ਼ਰੂਰ ਲੈ ਕੇ ਆਉਂਦਾ ਹੁੰਦਾ ਹੈ। ਇਸ ਤਰ੍ਹਾਂ 1947 ਈਸਵੀ ਵੇਲੇ ਮਿਲੀ ਭਾਰਤ ਨੂੰ ਆਜ਼ਾਦੀ ਤੋਂ ਉਪਜੀ ਤਰੱਕੀ ਦਾ ਅਹਿਸਾਸ ਜਿੱਥੇ ਸਾਡੇ ਵਾਸਤੇ ਖੁਸ਼ੀਆਂ ਖਿੜੇ ਲੈ ਕੇ ਆਇਆ ਸੀ, ਉਸ ਦੇ ਆਏ ਹਾਂ ਪੱਖੀ ਪ੍ਰਭਾਵ ਦੇ ਨਾਲ ਨਾਲ ਨਾ ਪੱਖੀ ਪ੍ਰਭਾਵ ਨੂੰ ਵੀ ਆਉਣੋਂ ਅਸੀਂ ਰੋਕ ਨਹੀਂ ਸਕਦੇ ਸੀ। ਨਾ ਪੱਖੀ ਪ੍ਰਭਾਵ ਇੱਕ ਵੱਖਰੀ ਗੱਡੀ ਵਿੱਚ ਆਉਣ ਵਾਲੀ ਵਸਤੂ ਨਹੀਂ ਹੁੰਦੀ, ਸਗੋਂ ਤਸਵੀਰ ਦੇ ਦੂਸਰੇ ਪਾਸੇ ਵਾਂਗੂ ਹੀ ਹੁੰਦਾ ਹੈ ਤੇ ਉਸ ਦਾ ਪਰਛਾਵਾਂ ਹੀ ਕਹਾਉਂਦਾ ਹੁੰਦਾ ਹੈ, ਜਿਸ ਬਾਰੇ ਹੁਣ ਅੱਗੇ ਵਿਸ਼ਲੇਸ਼ਣ ਕੀਤਾ ਗਿਆ ਹੈ। ਸਾਡੇ ਦੇਸ਼ਾਂ ਨੂੰ ਮਿਲੀ ਆਜ਼ਾਦੀ ਨੇ ਸਾਡਾ ਬਹੁਤ ਕੁਝ ਸੰਵਾਰਿਆ ਹੈ। ਜਿੱਥੇ ਸਾਡੇ ਦੇਸ਼ ਨੇ ਪਿਛਲੀ ਲਿਖਤ ਵਾਂਗੂ ਬਹੁਤ ਤਰੱਕੀ ਕੀਤੀ ਹੈ, ਉੱਥੇ ਸਾਨੂੰ ਗੁਲਾਮ ਦੇਸ਼ਾਂ ਦੀ ਕਤਾਰ ਵਿੱਚੋਂ ਕੱਢ ਕੇ ਆਜ਼ਾਦ ਦੇਸ਼ਾਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਸੀ, ਜਿਸ ਕਰਕੇ ਹੀ ਹੁਣ ਭਵਿੱਖ ਵਿੱਚ ਐਸੇ ਸਮੀਕਰਨ ਬਣਦੇ ਮਹਿਸੂਸ ਹੁੰਦੇ ਤੇ ਅਜਿਹੇ ਸਮੇਂ ਦੇ ਆਉਣ ਦੀ ਸੰਭਾਵਨਾ ਪ੍ਰਤੀਤ ਹੋ ਰਹੀ ਹੈ ਕਿ ਜਿਵੇਂ ਸਾਡਾ ਦੇਸ਼ UNO ਦਾ ਸਥਾਈ ਮੈਂਬਰ ਬਣਨ ਦੇ ਨੇੜੇ ਹੀ ਨਹੀਂ ਪੁੱਜਾ, ਸਗੋਂ ਵਿਸ਼ਵ ਦੇ ਅਗਾਂਹ ਵਧੂ ਦੇਸ਼ਾਂ ਦੀ ਅਗਵਾਈ ਵੀ ਸੰਭਾਲ ਲਵੇਗਾ। ਜੇਕਰ ਸਾਨੂੰ ਆਜ਼ਾਦੀ ਨਾ ਮਿਲੀ ਹੁੰਦੀ ਤਾਂ ਇੰਜ ਆਉਣ ਵਾਲੇ ਭਵਿੱਖ ਦੀ ਸੰਭਾਵਨਾ ਵੀ ਨਹੀਂ ਹੋਣੀ ਸੀ। ਕਿਸੇ ਵੀ ਵਿਕਾਸ ਜਾਂ ਤਰੱਕੀ ਦਾ ਵਿਸ਼ਲੇਸ਼ਣ ਕਰਨਾ ਉਸ ਦਾ ਵਿਰੋਧ ਕਰਨਾ ਨਹੀਂ ਹੁੰਦਾ, ਸਗੋਂ ਆਪਣੇ ਵਿਚਾਰ ਪ੍ਰਗਟ ਕਰਕੇ ਅਗਾਂਹ ਵਾਸਤੇ ਹੋਰ ਦਰੁਸਤੀਆਂ ਕਰਨਾ ਹੁੰਦਾ ਹੈ। ਇਸ ਕਰਕੇ ਵਿਸ਼ਲੇਸ਼ਣ ਕਰਨੇ ਜ਼ਰੂਰੀ ਹਨ ਤੇ ਹੁੰਦੇ ਰਹਿਣੇ ਚਾਹੀਦੇ ਹਨ, ਕਿਉਂਕਿ ਸਾਨੂੰ ਚੰਗੇ ਪ੍ਰਭਾਵ ਵਾਲਾ ਸੱਭਿਆਚਾਰ ਚਾਹੀਦਾ ਹੈ, ਪਰ ਆਜ਼ਾਦੀ ਬਹੁਰਾਣੀ ਨੇ ਦਾਜ ਵਿੱਚ ਬੇਲੋੜਾ ਸੱਭਿਆਚਾਰ ਵੀ ਨਾਲ ਲੈ ਆਂਦਾ ਹੈ। ਜਿੱਥੇ ਆਜ਼ਾਦੀ ਮਿਲਣ ਕਰਕੇ 2 ਸਦੀਆਂ ਪੁਰਾਣੀ ਗੁਲਾਮੀ ਅਲੋਪ ਹੋਈ ਹੈ, ਉੱਥੇ ਬਹੁਤ ਕਿਸਮਾਂ ਦੀ ਆਧੁਨਿਕ ਮਸ਼ੀਨਰੀ ਆਉਣ ਦੇ ਨਾਲ ਬਹੁਤ ਹੀ ਆਧੁਨਿਕ ਕਿਸਮ ਦੇ 2 ਪਹੀਆ ਵਾਹਨ ਵੀ ਸੜਕਾਂ ਤੇ ਆ ਗਏ ਹਨ। ਇਸ ਦਾ ਪ੍ਰਭਾਵ ਇਹ ਹੋਇਆ ਕਿ ਪੁਰਾਣੀ ਸੋਚ ਰੱਖਣ ਵਾਲੇ ਚਾਲਕਾਂ ਨੇ ਰੀਸੋ ਰੀਸੀ ਨਵੀਂ ਤੇ ਆਧੁਨਿਕ ਸੋਚ ਰੱਖਣ ਵਾਲੇ ਚਾਲਕਾਂ ਵਾਸਤੇ ਬਣੀ ਨਵੀਨਤਮ ਮਸ਼ੀਨਰੀ ਖਰੀਦ ਕੇ ਜਰਨੈਲੀ ਸੜਕਾਂ ਤੇ ਤੇਜ਼ ਤੇ ਅਣਗਹਿਲੇ ਤਰੀਕੇ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ ਹੈ, ਤਾਂ ਅਣਸਿੱਖਿਅਕ ਚਾਲਕਾਂ ਦੀ ਸੋਚ ਤੇ ਮਸ਼ੀਨਰੀ ਦਾ ਤਾਲਮੇਲ ਨਾ ਬੈਠਣ ਤੇ ਹੋਰ ਕਾਰਨਾਂ ਕਰਕੇ ਵੀ ਪਿਛਲੇ ਸਮੇਂ ਵਿੱਚ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਸ ਬਾਰੇ ਮੇਰੇ ਕੋਲੋਂ ਨਹੀਂ ਲਿਖ ਹੋ ਰਿਹਾ ਹੈ। ਇਸ ਤੋਂ ਪਹਿਲਾਂ ਖਾੜਕੂਬਾਦ ਵੇਲੇ ਵੀ ਜੋ ਹੋਇਆ, ਭਾਵੇਂ ਉਸ ਦਾ ਕਾਰਨ ਕੋਈ ਵੀ ਸੀ, ਨੁਕਸਾਨ ਸਾਡਾ ਪੰਜਾਬੀਆਂ ਦਾ ਹੀ ਹੋਇਆ ਹੈ, ਜਿਸ ਨੂੰ ਭੁੱਲਣਾ ਸੌਖਾ ਨਹੀਂ ਹੈ। ਨਵੀਂ ਮਸ਼ੀਨਰੀ ਜਿੱਥੇ ਤਰੱਕੀ ਦੀ ਨਿਸ਼ਾਨੀ ਹੁੰਦੀ ਹੈ, ਉੱਥੇ ਸਮੇਂ ਦੀ ਬੱਚਤ, ਘਰ ਪਰਿਵਾਰ ਦਾ ਟੌਰ ਤੇ ਹੌਸਲਾ ਵੀ ਬਣਦੀ ਹੈ। ਸਾਰੇ ਕੰਮ ਕਰਨੇ ਸੁਖਾਲੇ ਤਾਂ ਹੋ ਜਾਂਦੇ ਹਨ, ਪਰ ਲੋਕ ਮੋਟਾਪੇ ਦਾ ਸ਼ਿਕਾਰ ਹੋਣ ਲੱਗੇ ਹਨ ਅਤੇ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋਣ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਰਸੋਈਆਂ ਦੇ ਸਾਰੇ ਕੰਮ ਵੀ ਹੁਣ ਬਿਜਲੀ ਦੀ ਪਾਵਰ ਨਾਲ ਚੱਲਣ ਵਾਲੇ ਛੋਟੇ-ਛੋਟੇ ਉਪਕਰਨਾਂ ਰਾਹੀਂ ਹੋਣ ਲੱਗ ਪਏ ਹਨ, ਜਿਸ ਕਰਕੇ ਸਰੀਰਕ ਕਸਰਤ ਘੱਟ ਜਾਣ ਕਰਕੇ ਕਈ ਕਿਸਮ ਦੀਆਂ ਬਿਮਾਰੀਆਂ ਨੇ ਜਨਮ ਲੈ ਲਿਆ ਤੇ ਪੰਜਾਬੀ ਵੇਲੜਾਂ ਦੀ ਫੌਜ ਦੇ ਸਿਪਾਹੀ ਬਣ ਗਏ ਹਨ। ਹੁਣ ਗੱਲ ਕਰਦੇ ਹਾਂ ਸਰੀਰਕ ਕਸਰਤ, ਖਾਦਾਂ ਤੇ ਕੀੜੇ ਮਾਰ ਜ਼ਹਿਰਾਂ, ਦਵਾਈਆਂ ਦੀ।
ਕੁਦਰਤ ਵੱਲੋਂ ਹੱਥੀਂ ਕਿਰਤ ਕੰਮ ਕਰਨ ਵਾਸਤੇ ਸਾਜਾ ਮਨੁੱਖੀ ਸਰੀਰ ਇਸ ਵੇਲੇ ਪੂਰੀ ਤਰ੍ਹਾਂ ਮਸ਼ੀਨਰੀ ਦੀ ਗ੍ਰਿਫਤ ਵਿੱਚ ਆ ਚੁੱਕਿਆ ਹੈ ਤੇ ਅਸੀਂ ਹਰ ਕੰਮ ਮਸ਼ੀਨ ਕੋਲੋਂ ਹੀ ਕਰਵਾਉਂਦੇ ਤੇ ਹੱਥੀਂ ਕੰਮ ਕਰਨਾ ਛੱਡ ਚੁੱਕੇ ਹਾਂ। ਸਾਨੂੰ ਕਈ ਕਿਸਮਾਂ ਦੇ ਰੋਗਾਂ ਨੇ ਵੀ ਘੇਰਾ ਪਾਇਆ ਹੋਇਆ ਹੈ। ਜਦੋਂ ਮਨੁੱਖ ਰੋਗੀ ਜਾਂ ਬੁੱਢਾ ਹੋ ਕੇ ਮੰਜੇ ਉੱਤੇ ਪੈ ਜਾਂਦਾ ਤਾਂ ਉਸ ਵੇਲੇ ਬੇਬਸ ਹੋ ਕੇ ਜ਼ਰੂਰ ਸੋਚਦਾ ਕਿ ਜੇ ਮੈਂ ਵੀ ਇਸ ਵੇਲੇ ਤੰਦਰੁਸਤ ਜਾਂ ਠੀਕ ਉਮਰ ਵਿੱਚ ਹੁੰਦਾ ਤਾਂ ਡਟ ਕੇ ਕੰਮ ਕਰਦਾ। ਮਨੁੱਖੀ ਸਰੀਰ ਦਾ ਤੰਦਰੁਸਤ ਰਹਿਣ ਵਾਸਤੇ ਕੰਮ ਕਰਕੇ ਥੱਕਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦ ਕੰਮ ਦਾ ਵੇਲਾ ਸੀ ਤਾਂ ਕੰਮ ਨਹੀਂ ਸੀ ਕਰਦਾ। ਹੱਥੀਂ ਕੰਮ ਕਰਕੇ ਥੱਕਣ ਨਾਲ ਸਰੀਰਕ ਕਸਰਤ ਹੁੰਦੀ ਹੈ। ਸਰੀਰ ਦਾ ਹਰ ਅੰਗ ਹਰਕਤ ਕਰਦਾ ਹੈ, ਜਿਸ ਨਾਲ ਪਿਛਲਾ ਪੌਸ਼ਟਿਕ ਖਾਧਾ ਭੋਜਨ ਹਜ਼ਮ ਹੋ ਜਾਂਦਾ ਹੈ। ਫਿਰ ਪੂਰੀ ਭੁੱਖ ਲੱਗਦੀ ਹੈ, ਪਸੀਨਾ ਆਉਂਦਾ ਹੈ, ਆਲਸ ਦੂਰ ਦੌੜ ਜਾਂਦੀ ਹੈ, ਤੰਦਰੁਸਤੀ ਬਣੀ ਰਹਿੰਦੀ ਹੈ ਤੇ ਰੋਗ ਨੇੜੇ ਨਹੀਂ ਫਟਕਦੇ। ਇਕੱਲੀ ਕਸਰਤ ਨਾਲੋਂ ਹੱਥੀਂ ਕੰਮ ਕਰਨਾ ਹੋਰ ਚੰਗਾ ਹੈ। ਮਸ਼ੀਨਰੀ ਦੀ ਵਰਤੋਂ ਵੀ ਜ਼ਰੂਰ ਕਰੋ, ਪਰ ਸਰੀਰ ਦੇ ਥੱਕ ਜਾਣ ਜੋਗਾ ਕੰਮ ਵੀ ਜ਼ਰੂਰ ਕਰੋ। ਇੰਜ ਕਰਨ ਨਾਲ ਦਰੀ ਵਿਛਾ ਕੇ ਯੋਗਾ ਕਰਨ ਤੇ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਰਹੇਗੀ ਤੇ ਨੌਜਵਾਨਾਂ ਦਾ ਸਰੀਰਕ ਕਸਰਤ ਤੋਂ ਦੂਰ ਜਾ ਕੇ ਆਰਾਮ ਪ੍ਰਸਤੀ ਨਾਲ ਹੁੰਦੇ ਅਣਦਿਸਦੇ ਸਰੀਰਕ ਨੁਕਸਾਨ ਤੇ ਮੋਟਾਪੇ ਤੋਂ ਅਸੀਂ ਬਚ ਸਕਦੇ ਹਾਂ। ਕੀੜੇਮਾਰ ਜ਼ਹਿਰ ਨੂੰ ਦਵਾਈ ਕਹਿਣਾ ਠੀਕ ਨਹੀਂ ਹੈ। ਦਵਾਈ ਰੋਗੀ ਨੂੰ ਤੰਦਰੁਸਤ ਕਰਦੀ ਹੈ ਤੇ ਜ਼ਹਿਰ ਹੁੰਦਾ ਹੈ, ਭਾਵ ਮਰਨ ਵਾਸਤੇ ਹੀ ਹੁੰਦਾ ਹੈ, ਜੋ ਮਾੜੇ ਕੀੜੇ ਤੇ ਬੇਲੋੜੇ ਨਦੀਨ ਨੂੰ ਖਤਮ ਕਰਨ ਵਾਸਤੇ ਹੀ ਬਣਾਇਆ ਹੁੰਦਾ ਹੈ। ਵੱਖ-ਵੱਖ ਤੱਤਾਂ ਵਾਲੀ ਫਸਲੀ ਖਾਦ ਨੂੰ ਖੇਤ ਵਿੱਚ ਬੀਜੀ ਫਸਲ ਨੂੰ ਸਿਰਫ ਕਿਸੇ ਤੱਤ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਹੀ ਪਾਉਣਾ ਚਾਹੀਦਾ ਹੈ, ਨਾ ਕਿ ਬੇਲੋੜੀ ਵਾਧੂ ਪਾਇਆ ਹੋਇਆ ਕੋਈ ਵੀ ਤੱਤ ਫਾਇਦੇ ਦੀ ਥਾਂ ਨੁਕਸਾਨ ਕਰ ਸਕਦਾ ਹੈ। ਬਸ ਇਹੀ ਕੁਝ ਹੋ ਰਿਹਾ। ਪੰਜਾਬ ਦੇ ਖੇਤਾਂ ਵਿੱਚ ਖਾਦਾਂ ਤੇ ਜ਼ਹਿਰਾਂ ਦੀ ਵਰਤੋਂ ਜਦੋਂ ਬੇਲੋੜੀ ਤੇ ਵੱਧ ਹੋ ਜਾਵੇ ਤਾਂ ਉਸ ਦਾ ਮਾੜਾ ਅਸਰ ਮਨੁੱਖਾਂ, ਪਸ਼ੂਆਂ ਤੇ ਪੰਛੀਆਂ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਖੇਤ ਦੀ ਮਿੱਟੀ ਦੀ ਸਿਹਤ ਅਤੇ ਹਵਾ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਤੇ ਪੰਛੀ, ਦੁਧਾਰੂ ਪਸ਼ੂ, ਬੁੱਢੇ ਤੇ ਬਿਮਾਰ ਮਨੁੱਖ ਅਤੇ ਬੱਚੇ ਇਸ ਅਸਰ ਨੂੰ ਜਲਦੀ ਕਬੂਲ ਕਰ ਲੈਂਦੇ ਹਨ। ਉਹ ਵੀ ਸਮਾਂ ਸੀ ਜਦੋਂ ਖਾਦ ਦੀ ਲੋੜ ਘਰੇਲੂ ਪਸ਼ੂਆਂ ਦੇ ਗੋਬਰ ਤੋਂ ਬਣੀ ਰੂੜੀ ਪੂਰੀ ਕਰ ਦਿੰਦੀ ਸੀ। ਜੇ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਨਜਿੱਠਣ ਦੀ ਕੋਈ ਨਵੀਂ ਖੋਜ ਨਿਕਲ ਕੇ ਆ ਜਾਵੇ, ਜਿਸ ਨੂੰ ਕਿਸਾਨ ਵੀ ਸੌਖਾ ਹੀ ਅਪਣਾ ਸਕਦੇ ਹੋਣ, ਤਾਂ ਬਹੁਤ ਸਾਰੇ ਹੋਰ ਮਸਲੇ ਜਿਵੇਂ ਦੋਸਤ, ਕੀਟਾਣੂ ਜੀਵ ਅਤੇ ਖੇਤਾਂ ਨੇੜਲੇ ਰੁੱਖਾਂ ਬੂਟਿਆਂ ਨੂੰ ਸਾੜਨ ਦੀ ਦਿੱਤੀ ਸਜ਼ਾ ਵਰਗੇ ਮਸਲੇ ਵੀ ਹੱਲ ਕੀਤੇ ਜਾ ਸਕਦੇ ਨੇ। ਕੀੜੇਮਾਰ ਜ਼ਹਿਰਾਂ ਨਾਲ ਹਵਾ ਰਾਹੀਂ ਵਾਤਾਵਰਨ ਬਹੁਤ ਹੀ ਜ਼ਹਿਰੀਲਾ ਹੋ ਜਾਂਦਾ ਹੈ। ਪੰਜਾਬ ਸਰਕਾਰ ਨੇ ਸੂਬੇ ਦੀ ਆਮਦਨੀ ਵਧਾਉਣ ਵਾਸਤੇ ਸ਼ਰਾਬ ਦੇ ਠੇਕੇਦਾਰਾਂ ਦੀ ਮੁਕਾਬਲੇਬਾਜ਼ੀ ਕਰਾ ਕੇ ਹਰ ਸੜਕ ਦੇ ਹਰ ਮੋੜ ਤੇ ਠੇਕੇ ਆਮ ਖਲਵਾ ਦਿੱਤੇ ਹਨ, ਜਿਸ ਤੋਂ ਲਾਭ ਲੈ ਕੇ ਕੁਝ ਸਮਾਜ ਦੁਸ਼ਮਣਾਂ ਨੇ ਸਮੈਕ, ਹੈਰੋਇਨ ਤੇ ਠੇਕੇ ਵੀ ਗੁਪਤ ਰੂਪ ਵਿੱਚ ਨੇੜੇ ਹੀ ਖੋਲ੍ਹੇ ਹਨ। ਪ੍ਰਸ਼ਾਸਨ ਨੇ ਉਧਰ ਪਛਾੜੀ ਕਰ ਲਈ ਹੈ। ਤਦ ਇਸ ਧੰਦੇ ਨੇ ਪੰਜਾਬ ਦੀ ਨੌਜਵਾਨੀ ਦਾ ਛੁਪਿਆ ਹੋਇਆ ਜਿਹੜਾ ਨੁਕਸਾਨ ਕੀਤਾ, ਉਸ ਬਾਰੇ ਅਖਬਾਰਾਂ ਵਿੱਚ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਉਸ ਨੁਕਸਾਨ ਦਾ ਸੰਤਾਪ ਜ਼ਿੰਦਗੀ ਗਵਾ ਚੁੱਕੇ ਤੇ ਕਿਸਮਤ ਮਾਰੇ ਨੌਜਵਾਨਾਂ ਦੇ ਬੁੱਢੇ ਮਾਪੇ, ਯਤੀਮ ਬੱਚੇ ਤੇ ਅਭਾਗੀਆਂ ਤੇ ਚਿੱਟੀਆਂ ਚੁੰਨੀਆਂ ਵਾਲੀਆਂ ਮਟਿਆਰਾਂ ਨੂੰ ਹੰਡਾਉਣਾ ਪੈ ਰਿਹਾ ਹੈ। ਅਸੀਂ ਕੁਦਰਤ ਵੀ ਉਦਾਸ ਕਰ ਦਿੱਤੀ ਹੈ। 1962-63 ਈਸਵੀ ਤੋਂ ਪਹਿਲਾਂ ਜਦੋਂ ਕੋਈ ਮਨੁੱਖ ਪਿੰਡ ਤੋਂ ਬਾਹਰ ਜਾਂਦਾ ਤੇ ਦੇਖਦਾ ਤੇ ਖੇਤਾਂ ਵਿੱਚ ਦੂਰ-ਦੂਰ ਤੱਕ ਕਲੋਲਾਂ ਕਰਦੇ ਟੱਪਦੇ ਕਾਲੇ ਤਿੱਤਰ ਸੁਬਾਨ ਤੇਰੀ ਕੁਦਰਤ, ਸੁਬਾਨ ਤੇਰੀ ਕੁਦਰਤ ਵਾਰ-ਵਾਰ ਬੋਲਦੇ ਤਾਂ ਭੁਲੇਖਾ ਇਹ ਪੈਂਦਾ ਸੀ ਜਿਵੇਂ ਉਹ ਰੱਬ ਦਾ ਸ਼ੁਕਰਾਨਾ ਕਰਦੇ ਹਨ। ਬਟੇਰੇ, ਛੋਟੀ ਪਿੱਦੀ ਚਿੜੀਆ, ਘਰੇਲੂ ਚਿੜੀਆਂ, ਚੀਚੀ, ਘੁੱਗੀਆਂ ਘੂੰ-ਘੂੰ ਬੋਲਦੀਆਂ, ਉੱਡਦੀਆਂ ਤੇ ਫਿਰ ਬਹਿੰਦੀਆਂ, ਹੋਰ ਛੋਟੇ ਵੱਡੇ ਪੰਛੀ, ਟੋਟਰੂ, ਮਮੋਲੇ, ਤਿਲੀਹਰ, ਹਰੀਹਰ ਤੇ ਉਹਨਾਂ ਦੇ ਆਲਣੇ ਦੇ ਵਿੱਚ ਦਿੱਤੇ ਆਂਡੇ ਜਾਂ ਬੱਚੇ ਵੀ ਨਜ਼ਰ ਆਉਂਦੇ ਹੁੰਦੇ ਸੀ, ਜੋ ਹੁਣ ਨਜ਼ਰ ਨਹੀਂ ਆਉਂਦੇ। ਜਿਵੇਂ ਉਹਨਾਂ ਤੇ ਸੁਨਾਮੀ ਦਾ ਕਹਿਰ ਵਾਪਰ ਚੁੱਕਿਆ, ਉਹ ਦੂਰ ਉਡਾਰੀ ਮਾਰ ਗਏ ਹਨ। ਇਹ ਗੁਆਚੇ ਰੰਗ ਹੁਣ ਨਹੀਂ ਲੱਭਦੇ। ਜੰਗਲੀ ਜਾਨਵਰ ਜਿਵੇਂ ਕੰਡੇਰਨੇ, ਸਹੇ, ਖਰਗੋਸ਼, ਸਿੰਹਾਂ, ਨੀਲ ਗਊਆਂ, ਗੋਦਾਂ, ਜਿਸ ਦਾ ਮੂੰਹ ਗਾਂ ਵਰਗਾ ਤੇ ਪਿੱਛੋਂ ਪੂਰੀ ਘੋੜੀ ਵਰਗੀ, ਕਾਹੀ ਵਿੱਚ ਬੈਠੇ ਕਾਲੇ ਤੇ ਸਿੰਗਾਂ ਵਾਲੇ ਹੀਰੇ ਹਿਰਨ, ਹਿਰਨੀਆਂ, ਉਹਨਾਂ ਦੇ ਬੱਚੇ ਟੋਲੀਆਂ ਦੇ ਰੂਪ ਵਿੱਚ ਨਜ਼ਰ ਆਉਂਦੇ। ਚੁੰਗੀ ਦੌੜ ਲਗਾਉਂਦੇ। ਚੁੰਗੀ ਦੌੜ ਉਹਨਾਂ ਦੀ ਐਸੀ ਛੜੱਪਾ ਦੌੜ ਹੁੰਦੀ ਹੈ ਜੋ ਖਤਰਾ ਬਣਨ ਦੀ ਸੰਭਾਵਨਾ ਫੜੇ ਜਾਣ ਤੋਂ ਬਚਣ ਵਾਸਤੇ ਤੇਜ਼ ਦੌੜਨ ਦਾ ਨਾਂ ਹੈ। ਜਿਵੇਂ ਚਾਰੇ ਖੁਰ ਇਕੱਠੇ ਹਵਾ ਵਿੱਚ ਚੁੱਕੇ ਤੇ ਫਿਰ ਇਕੱਠੇ ਜ਼ਮੀਨ ਤੇ ਰੱਖਣੇ। ਖਤਰਾ ਖੇਤਰ ਤੋਂ ਜਲਦੀ ਦੂਰ ਜਾਣਾ ਹੁੰਦਾ ਹੈ ਤੇ ਕਿਸੇ ਸੁਰੱਖਿਅਤ ਖੇਤਰ ਤੱਕ ਪਹੁੰਚਣ ਤੱਕ ਤਾਂਘ ਰਹਿੰਦੀ ਹੈ। ਚੀਜ਼ ਬੌਟੀਆਂ ਸੁਨੀਲ ਦਾ ਸੂਟ ਪਾ ਕੇ ਰੇਤ ਦੇ ਟਿੱਬਿਆਂ ਤੇ ਲਹੂ ਦੇ ਤੁਪਕੇ ਵਰਗੀਆਂ ਲੱਗਦੀਆਂ ਤੇ ਘੁੰਮਦੀਆਂ। ਹੁਣ ਇਹ ਸਭ ਕੁਝ ਗਾਇਬ ਹੋ ਗਿਆ। ਪਤਾ ਨਹੀਂ ਉਹਨਾਂ 'ਤੇ ਕੀ ਕਹਿਰ ਵਾਪਰਿਆ, ਜਾਂ ਕਿਉਂ ਸ਼ਾਮਤ ਆ ਗਈ ਹੈ, ਜਾਂ ਉਹ ਆਪ ਸਾਥੋਂ ਦੂਰ ਦੌੜ ਗਏ ਹਨ। ਮਲੇ, ਬੇਰੀਆਂ, ਫਲਾਈਆਂ, ਕਿੱਕਰਾਂ, ਜੰਗਲੀ ਜਵੈਣ ਤੇ ਹੋਰ ਜੜੀ ਬੂਟੀਆਂ, ਤੁੰਮੇ, ਛਣਕਣ, ਨਿਮੋਲੀਆਂ, ਸਭ ਦੀ ਕਿਆਮਤ ਆ ਗਈ ਹੈ। ਇਹ ਸਭ ਕੁਝ ਹਰੇ ਇਨਕਲਾਬ ਦੇ ਭੇਟ ਚੜ੍ਹ ਗਏ। ਮਿੱਠੇ ਮਿੱਠੇ ਬੇਰ, ਮਹਿਕਣੀਆਂ ਦਾਤਣਾ, ਦੇਸੀ ਕਮਾਦ ਦਾ ਸਵਾਦੀ ਰਸ, ਦੇਸੀ ਮੱਕੀ ਦੀਆਂ ਛੱਲੀਆਂ ਦੇ ਮਿੱਠੇ ਤੇ ਸਵਾਦੀ ਦਾਣੇ, ਦੇਸੀ ਕਣਕ ਦੇ ਆਟੇ ਦੀਆਂ ਕੂਲੀਆਂ ਤੇ ਮਿੱਠੀਆਂ ਸਵਾਦੀ ਰੋਟੀਆਂ, ਦੇਸੀ ਮਿੱਠੇ ਛੋਲੇ, ਦੇਸੀ ਸਰੋਂ ਦਾ ਮਿੱਠਾ ਸਵਾਦੀ ਸਾਗ।
ਇੱਥੋਂ ਤੱਕ ਮਿੱਠਾ ਗੁਲਾਬ ਮਿੱਠਾ ਤੇ ਮਹਿਕਦਾ ਤੇ ਧਰਤੀ ਤੋਂ ਹੇਠਾਂ 15 ਫੁੱਟ ਡੂੰਘਾ ਮਿੱਠਾ ਸਵਾਦੀ ਪਾਣੀ ਇਵੇਂ ਲੱਗਦਾ ਹੈ ਜਿਵੇਂ ਅਸੀਂ ਕੁਦਰਤ ਨੂੰ ਉਦਾਸ ਕਰਕੇ ਨਾਰਾਜ਼ ਕਰ ਲਿਆ, ਜਿਸ ਕਰਕੇ ਫੁੱਲਾਂ ਵਿੱਚੋਂ ਮਹਿਕ ਵੀ ਉੱਡ ਗਈ ਹੈ। ਹੁਣ ਹਰ ਮਿੱਠੀ ਸਵਾਦੀ ਤੇ ਕੂਲੀ ਕਿਸਮ ਦੇ ਭੋਜਨ ਦੀ ਥਾਂ ਤੇ ਬਕਬਕਾ ਹਾਈਬ੍ਰਿਡ ਨਸਲਾਂ ਦਾ ਬੇਸਵਾਦਾ ਤੇ ਸਿਰਫ ਢਿੱਡ ਭਰਨ ਵਾਲਾ ਫਿੱਕਾ ਭੋਜਨ ਕੁਦਰਤ ਨੇ ਸਾਨੂੰ ਦੇ ਦਿੱਤਾ ਹੈ। ਸੱਚਮੁੱਚ ਅਸੀਂ ਬਹੁਤ ਕੁਝ ਗਵਾ ਬੈਠੇ ਹਾਂ। ਪਹਿਲਾਂ ਕਹਿ ਗਏ ਗੁਆਚੇ ਜੀਵ ਵੀ ਮਨੁੱਖੀ ਹੋਂਦ ਵਾਸਤੇ ਬਹੁਤ ਜ਼ਰੂਰੀ ਨੇ। ਇਵੇਂ ਲੱਗਦਾ ਜਿਵੇਂ ਅਲੋਪ ਹੋਇਆ ਸਾਰਾ ਸੱਭਿਆਚਾਰ ਇਹ ਕਹਿ ਕੇ ਅਲੋਪ ਹੋਇਆ ਹੋਵੇ, ਚੱਲ ਉੱਡ ਜਾ ਰਹੇ ਪੰਛੀ, ਅਬ ਇਹ ਦੇਸ਼ ਹੁਆ ਬੇਗਾਨਾ। ਹੁਣ ਕੁਦਰਤ ਅਲੋਪ ਹੋ ਗਈ ਹੈ ਤੇ ਬਨਾਵਟ ਆ ਗਈ ਹੈ। ਅਗਲਾ ਸਮਾਂ ਦੇਖੋ ਕਿ ਉਹ ਕਿਹੋ ਜਿਹਾ ਹੋਵੇਗਾ। ਬਾਕੀ ਤੀਸਰੇ ਅਧਿਆਇ ਵਿੱਚ।